देख रहे हैं पिछले कई दिनों तो ये ਜਿਹੜਾ पीला पंजा ਤੁਹਾਡਾ लगातार दुकानों ਨੂੰ ਢਾ ਰਿਹਾ जी लगातार ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਛੁਡਵਾਏ ਜਾ ਰਹੇ ਨੇ ਕਿੰਨੇ ਕੁ ਕਬਜ਼ੇ ਛੁਡਵਾਤੇ ਨਾਭੇ ਜਿਹੜੀ ਪ੍ਰਾਪਰਟੀ ਟੈਕਸ ਦੀ ਨਗਰ ਕੌਂਸਲ ਦੀ ਇਨਕਮ ਇੱਕ ਮਹੀਨੇ ਦੀ 5 ਤੋਂ 6 ਲੱਖ ਸੀ ਸਾਨੂੰ ਏਡੀਸੀ ਸਾਹਿਬ ਨੇ 15 ਲੱਖ ਦਾ ਮਹੀਨੇ ਦਾ ਟਾਰਗੇਟ ਦਿੱਤਾ ਅਸੀਂ ਇੱਕ ਹਫ਼ਤੇ 'ਚ 22 ਲੱਖ ਰੁਪਇਆ ਕਰਤੀ ਜੀ ਉਹ ਹਾਂਜੀ ਹਾਂ ਤੇ ਰਹੀ ਗੱਲ ਨਜਾਇਜ਼ ਕਬਜ਼ਾ 4-5 ਗੁਣਾ ਦਾ ਫਰਕ ਪੈ ਗਿਆ ਜਾਨੀ ਕਿ ਬਹੁਤ ਵੱਧ ਗਿਆ ਸਾਨੂੰ ਮਹੀਨੇ ਦਾ 15 ਲੱਖ ਦਿੱਤਾ ਸੀ ਅਸੀਂ 22 ਲੱਖ ਇੱਕ ਹਫ਼ਤੇ 'ਚ ਕਰਤਾ ਪੰਕਜ ਜੀ ਵੈਸੇ ਪਹਿਲਾਂ ਇਹ ਪੈਸੇ ਕਿੱਥੇ ਜਾਂਦੇ ਸੀ ਨਕਸ਼ੇ ਬਣਦੇ ਵੀ ਸੀ ਕਿ ਬਾਰ-ਬਾਰ ਬਸ ਐਵੇਂ ਹੀ ਬਣਾਈ ਜਾਂਦੇ ਪੈਸੇ ਨਾ ਲੈਂਦੇ ਕਿੱਧਰ ਜਾਂਦਾ ਸੀ ਕੰਮ ਦੇਖੋ ਜੀ ਲਿਹਾਜ਼ ਚਲਦੀ ਤੀ ਅੱਧੇ ਤਾਂ ਲਿਹਾਜ਼ਾਂ 'ਚ ਭੁਗਤ ਜਾਂਦੇ ਤੀ ਅੱਧੇ ਗੋਲ-ਮੋਲ ਹੋ ਜਾਂਦੇ ਹੁਣੇ ਤੁਹਾਨੂੰ ਪਤਾ ਹੀ ਹੈ ਜੀ ਤੇ ਪੰਕਜ ਜੀ ਵਿੱਚ ਲੋਕ ਇਹ ਕਹਿ ਰਹੇ ਨੇ ਕਿ ਪ੍ਰਧਾਨ ਉਹਨਾਂ ਦੇ ਪਤਨੀ ਨੇ ਪਰ ਪ੍ਰਧਾਨਗੀ ਆਪ ਕਰ ਰਹੇ ਨੇ ਪੰਕਜ ਜੀ ਇੱਥੇ ਗੱਲ ਕਹੀ ਦੇਖੋ ਹੁਣ ਆਹੀ ਡੰਪ ਹੈ ਇਹਨੂੰ ਸਾਫ਼ ਕਰਨ ਲਈ ਮੈਨੂੰ ਦੱਸੋ ਜੀ ਮੈਨੂੰ ਕਿਹੜੇ ਅਹੁਦੇ ਦੀ ਲੋੜ ਹੈ ਤੇ ਮੈਂ ਵੀ ਇੱਕ ਆਡੀਅנס ਆ ਮੈਂ ਸਪੈਕਟੇਟਰ ਆ ਮੈਂ ਨਾਭਾ ਨਿਵਾਸੀ ਆ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਕਿਸੇ ਅਹੁਦੇ ਦੀ ਜ਼ਰੂਰਤ ਹੈ ਦੇਖੋ ਮੈਂ ਤਾਂ ਜਾਊਂਗਾ ਇੱਕ ਛੱਡੋ 50 ਕੇਸ ਕਰ ਲੈਣ ਹਾਂ ਮੈਂ ਵੈਸੇ ਕਿੰਨੇ ਕੇਸ ਕਰਤੇ ਤੁਹਾਡੇ ਤੇ 3 ਕੇਸ ਹੋ ਗਏ ਜੀ 15 ਦਿਨ ਦੇ ਵਿੱਚ ਜਿੱਥੇ ਮੈਂ ਕਿਤੇ ਮੇਰੇ ਕਾਨੂੰਨ ਦੀ ਕੋਈ ਬਾਤ ਘਾਟ ਕੀਤੀ ਆ ਜੇ ਮੈਂ ਕਾਨੂੰਨ ਤੋੜਿਆ ਕਿਤੇ ਮੇਰੇ ਤੇ ਜੋ ਬਣਦੀ ਸਜ਼ਾ ਤੁਸੀਂ ਲਾਓ ਪਰ ਜੇ ਕੇਸ ਕਰਨਾ ਨਗਰ ਕੌਂਸਲ ਨਾਭਾ ਤੇ ਕਰੋ ਈਓ ਨਾਭਾ ਤੇ ਕਰੋ ਨਗਰ ਕੌਂਸਲ ਦੀ ਸਟਾਫ ਤੇ ਕਰੋ ਪੀਲਾ ਪੰਜਾ ਕਿਹਦਾ ਨਗਰ ਕੌਂਸਲ ਨਾਭਾ ਦਾ ਮੈਂ ਤਾਂ ਨਾਲ ਖੜ ਰਿਹਾ ਮੈਂ ਤਾਂ ਲਾਈਵ ਪਾਉਣਾ ਵੀ ਦੇਖੋ ਨਗਰ ਕੌਂਸਲ ਨਾਭਾ ਇੱਕ ਚੰਗਾ ਕੰਮ ਕਰ ਰਹੀ ਹੈ ਕੇਸ ਕਰਨਾ ਉਹਨਾਂ ਤੇ ਕਰੋ ਮੇਰੇ ਤੇ ਕਰ ਰਹੇ ਨੇ ਉਲਟ ਕੇਸ ਉਹ ਕਾਰਨ ਕੀ ਆ ਉਹਨਾਂ ਨੂੰ ਐਂ ਲੱਗ ਰਿਹਾ ਵੀ ਇਹਦੀ ਆਵਾਜ਼ ਦੱਬੋ ਵੀ ਬਾਕੀ ਪ੍ਰਸ਼ਾਸਨ ਨੂੰ ਤਾਂ ਦੱਬ ਲਾਂਗੇ ਦੇਖੋ ਮੈਂ ਤਾਂ ਪਹਿਲਾਂ ਜਦੋਂ ਸਰਕਾਰ ਨੀਤੀ ਮੈਂ ਤਾਂ ਉਦੋਂ ਨਹੀਂ ਦੱਬਿਆ ਹੁਣ ਕੀ ਦੱਬਣਾ ਹੁਣ ਤਾਂ ਸਾਡੀ ਸਰਕਾਰ ਹੈ ਕਿਤੇ ਵੀ ਕਿਸੇ ਗਰੀਬ ਦਾ ਜਾਂ ਕਿਤੇ ਸਹੀ ਬੰਦੇ ਦਾ ਜਿਹਦੇ ਕੋਲ ਸਾਰੇ ਕਾਗਜ਼ ਸੀ ਉਹ ਢਾਇਆ ਗਿਆ ਮੈਂ ਵੀ ਉਹ ਬੰਦਿਆਂ ਦੇ ਨਾਲ ਖੜੂੰਗਾ ਜਿਨ੍ਹਾਂ ਦਾ ਨੁਕਸਾਨ ਹੋਇਆ ਪਰ ਜਿਹੜੇ ਹੀਰਾ ਕਮੈਨ ਵਾਲਿਆਂ ਨੇ ਮੇਰੇ ਤੇ ਕੇਸ ਕੀਤਾ ਉਹ ਮੇਰੇ ਤੇ ਕੇਸ ਕਰਨ ਤੋਂ ਪਹਿਲਾਂ ਆਪਣੀ ਜਿਹੜੀ ਉਹ ਬਿਲਡਿੰਗ ਉਹਨਾਂ ਦੀ ਢਹੀ ਹੈ ਉਹਦਾ ਨਕਸ਼ਾ ਹੀ ਦਿਖਾ ਦੇਣ ਮੈਨੂੰ ਆਪਣੇ ਪਿਓ ਦਾ ਪੁੱਤ ਨਾ ਕਿਹੋ ਜੇ ਮੈਂ ਇਸ ਟਰਮ ਦੇ ਵਿੱਚ ਆਪਣੀ ਪਤਨੀ ਨੂੰ ਇੱਕ ਪੰਜੀ ਦੀ ਵੀ ਬੇਈਮਾਨੀ ਕਰਨ ਦੇ ਦਾਂ ਮੈਂ ਆਪਣਾ ਨਾਮ ਬਦਲਾ ਦੂੰਗਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਗਾਤਾਰ ਨਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ ਜਾਨੀ ਕਿ ਪੰਚਾਇਤੀ ਜ਼ਮੀਨਾਂ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਸਖਤ ਹਨ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਕਿਤੇ ਸੈਂਕੜੇ ਏਕੜ ਕਿਤੇ ਹਜ਼ਾਰਾਂ ਏਕੜ ਜ਼ਮੀਨ ਛੁਡਵਾਈ ਜਾ ਰਹੀ ਆ ਲਗਾਤਾਰ ਵੱਡੇ ਕਬਜ਼ੇ ਲਏ ਜਾ ਰਹੇ ਨੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿੱਚ ਆਪ ਪਹੁੰਚ ਕੇ ਉੱਥੇ ਇੱਕ ਵੱਡਾ 2828 ਏਕੜ ਦਾ ਕਬਜ਼ਾ ਲਿਆ ਕੁਲਦੀਪ ਸਿੰਘ ਧਾਲੀਵਾਲ ਲਗਾਤਾਰ ਵੱਡੇ ਕਬਜ਼ੇ ਲੈ ਰਹੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿੱਥੇ ਪੰਜਾਬ ਸਰਕਾਰ ਪੂਰੀ ਸਖਤ ਆ ਉੱਥੇ ਨਾਭਾ ਨਗਰ ਕੌਂਸਲ ਦਾ ਪੰਜਾ ਪੀਲਾ ਪੰਜਾ ਜੋ ਲਗਾਤਾਰ ਨਜਾਇਜ਼ ਕਬਜ਼ੇ ਛਡਵਾ ਰਿਹਾ ਇਹ ਪੀਲਾ ਪੰਜਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਲਗਾਤਾਰ ਜਿੱਥੇ ਵੀ ਨਜਾਇਜ਼ ਕਬਜ਼ੇ ਨੇ ਨਜਾਇਜ਼ ਦੁਕਾਨਾਂ ਬਣੀਆਂ ਹੋਈਆਂ ਨੇ ਉਹ ਸ਼ਰੇਆਮ ਢਾਹੀਆਂ ਜਾ ਰਹੀਆਂ ਨੇ ਕਿ ਨਜਾਇਜ਼ ਕਬਜ਼ਾ ਨਹੀਂ ਰਹਿਣ ਦੇਵਾਂਗੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਨਾਭਾ ਦੀਆਂ ਦਿਖਾ ਰਿਹਾ ਕਿਉਂਕਿ ਪੂਰੇ ਪੰਜਾਬ 'ਚ ਆਮ ਆਦਮੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਉੱਥੇ ਹੀ ਇਹ ਪੀਲਾ ਪੰਜਾ ਨਾਭੇ ਨਗਰ ਕੌਂਸਲ ਦੀ ਜੋ JCB ਆ ਇਹ ਨਜਾਇਜ਼ ਕਬਜ਼ਿਆਂ ਤੇ ਪੂਰੀ ਤਰ੍ਹਾਂ ਸਖਤ ਆ ਲਗਾਤਾਰ ਕਬਜ਼ੇ ਲਏ ਜਾ ਰਹੇ ਨੇ ਨਗਰ ਕੌਂਸਲ ਲਗਾਤਾਰ ਜਿੱਥੇ ਵੀ ਪੁਰਾਣੇ ਕਬਜ਼ੇ ਨੇ ਜਾਂ ਕੋਈ ਨਵੇਂ ਕਬਜ਼ੇ ਕਰ ਰਿਹਾ ਉਹ ਦੁਕਾਨਾਂ ਨੂੰ ਢਹਿ ਢੇਰੀ ਕਰਕੇ ਉਹ ਕਬਜ਼ੇ ਛੁਡਵਾਏ ਜਾ ਰਹੇ ਨੇ ਸੋ ਸਾਡੇ ਨਾਲ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਮੌਜੂਦ ਨੇ ਜੋ ਲਗਾਤਾਰ ਕਿਤੇ ਨਾ ਕਿਤੇ ਅੱਗੇ ਹੋ ਕੇ ਉੱਥੇ ਵੀ ਨਜਾਇਜ਼ ਕਬਜ਼ੇ ਨਹੀਂ ਅਸੀਂ ਰਹਿਣ ਦੇਵਾਂਗੇ ਉਹ ਵੀ ਗੱਲਬਾਤ ਕਰਦੇ ਨੇ ਸਫਾਈ ਮੈਂ ਨਾਭਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਕਿ ਸਫਾਈ ਅਭਿਆਨ ਵੀ ਅਸੀਂ ਪੂਰਾ ਜਾਰੀ ਰੱਖਣਾ ਕਰਾਂਗੇ ਗੱਲਬਾਤ ਪੱਪੂ ਜੀ ਕਿੰਨੇ ਕੁ ਕਬਜ਼ੇ ਛਡਵਾ ਰਹੇ ਹੋ ਤੁਸੀਂ ਲਗਾਤਾਰ ਅਸੀਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਪੀਲਾ ਪੰਜਾ ਤੁਹਾਡਾ ਲਗਾਤਾਰ ਦੁਕਾਨਾਂ ਨੂੰ ਢਾ ਰਿਹਾ ਜੀ ਲਗਾਤਾਰ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਛਡਵਾਏ ਜਾ ਰਹੇ ਨੇ ਕਿੰਨੇ ਕੁ ਕਬਜ਼ੇ ਛੁਡਵਾਤੇ ਨਾਭੇ 'ਚ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਤੇ ਨਗਰ ਕੌਂਸਲ ਨਾਭਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਦੀ ਬਣੀ ਹੈ ਤੇ ਉਸ ਤੋਂ ਬਾਅਦ ਨਗਰ ਕੌਂਸਲ ਦੀ ਪ੍ਰਧਾਨਗੀ ਬਦਲੀ ਪਹਿਲਾਂ ਦੇਖੋ ਜਦ ਤੱਕ ਪ੍ਰਧਾਨਗੀ ਦੀ ਸੀਟ ਤੇ ਕੋਈ ਨਹੀਂ ਸੀ ਤੇ ਤਾਂ ਨਾ ਈਓ ਸੀ ਈਓ ਵੀ ਨਵਾਂ ਆਇਆ ਤੇ ਪ੍ਰਧਾਨਗੀ ਸੀਟ ਜਿਹੜੀ ਆ ਉਹ ਮੇਰੇ ਪਤਨੀ ਨੂੰ ਮਿਲੀ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਨਗਰ ਕੌਂਸਲ ਵੱਲੋਂ ਨਕਸ਼ਿਆਂ ਤੇ ਸ਼ਿਕੰਜਾ ਕੱਸਿਆ ਤੇ ਜਿੰਨੇ ਪ੍ਰਾਪਰਟੀ ਟੈਕਸ ਨੇ ਉਸ ਤੇ ਸ਼ਿਕੰਜਾ ਕੱਸਿਆ ਔਰ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਦੱਸਦਾ ਵੀ ਜਿਹੜੀ ਪ੍ਰਾਪਰਟੀ ਟੈਕਸ ਦੀ ਨਗਰ ਕੌਂਸਲ ਦੀ ਇਨਕਮ ਇੱਕ ਮਹੀਨੇ ਦੀ 5 ਤੋਂ 6 ਲੱਖ ਸੀ ਸਾਨੂੰ ਏਡੀਸੀ ਸਾਹਿਬ ਨੇ 15 ਲੱਖ ਦਾ ਮਹੀਨੇ ਦਾ ਟਾਰਗੇਟ ਦਿੱਤਾ ਅਸੀਂ ਇੱਕ ਹਫ਼ਤੇ 'ਚ 22 ਲੱਖ ਰੁਪਇਆ ਕਰਤੀ ਜੀ ਉਹ
ਹਾਂਜੀ ਹਾਂ। ਤੇ ਰਹੀ ਗੱਲ ਨਜਾਇਜ਼ ਕਬਜ਼ਾ, 4-5 ਗੁਣਾ ਦਾ ਫਰਕ ਪੈ ਗਿਆ, ਜਾਣੀ ਕਿ ਬਹੁਤ ਵੱਧ ਗਿਆ। ਸਾਨੂੰ ਮਹੀਨੇ ਦਾ 15 ਲੱਖ ਦਿੱਤਾ ਸੀ, ਅਸੀਂ 22 ਲੱਖ ਇੱਕ ਹਫ਼ਤੇ 'ਚ ਕਰਤਾ। ਹਾਂ, ਇਹ ਮਤਲਬ ਗੱਲ ਉਹੀ ਆ ਵੀ ਉਹੀ ਬੰਦੇ ਨੇ, ਉਹੀ ਪ੍ਰਸ਼ਾਸਨ ਹੈ, ਉਹੀ ਦਫ਼ਤਰ ਹੈ, ਸਿਰਫ ਨੀਤੀ ਤੇ ਨੀਅਤ ਦੀ ਫਰਕ ਹੈ। ਖੜਾ ਲਓ, ਉਹ ਤਾਂ ਨੀਤੀ ਤੇ ਨੀਅਤ ਦਾ ਫਰਕ ਹੈ ਬਸ। ਤੇ ਤੁਸੀਂ ਸਭ ਤੋਂ ਵੱਡੀ ਤੁਹਾਨੂੰ ਹੈਰਾਨਗੀ ਹੋਊਗੀ ਕਿ ਇੱਕ ਹਫ਼ਤੇ ਦੇ ਵਿੱਚ 24 ਨਕਸ਼ੇ ਅਪਲਾਈ ਹੋਏ ਨੇ ਜੀ। ਇਹ ਬੜੀ ਵੱਡੀ ਗੱਲ ਹੈ। 24 ਨਕਸ਼ੇ ਮੀਨਸ 8 ਤੋਂ 10 ਲੱਖ ਰੁਪਈਆ, ਮਤਲਬ ਜਿਹੜਾ ਸਰਕਾਰ ਦੇ, ਜਿਹੜਾ ਨਗਰ ਕੌਂਸਲ ਦੇ, ਜਿਹੜੀ ਤੁਹਾਡੇ ਲੋਕਾਂ ਦੇ ਪੈਸੇ ਨਾਲੇ ਚੱਲਣੀ ਹੈ, ਇਹ ਨਗਰ ਕੌਂਸਲ ਦੇ ਖਾਤੇ ਦੇ ਵਿੱਚ ਪੈਸੇ ਗਏ। ਪੰਕਜ ਜੀ, ਵੈਸੇ ਪਹਿਲਾਂ ਇਹ ਪੈਸੇ ਕਿੱਥੇ ਜਾਂਦੇ ਸੀ? ਨਕਸ਼ੇ ਬਣਦੇ ਵੀ ਸੀ ਕਿ ਬਾਰ-ਬਾਰ ਬਸ ਐਵੇਂ ਹੀ ਬਣਾਈ ਜਾਂਦੇ, ਪੈਸੇ ਨਾ ਲੈਂਦੇ? ਕਿੱਧਰ ਜਾਂਦਾ ਸੀ ਕੰਮ? ਦੇਖੋ ਜੀ, ਲਿਹਾਜ਼ ਚਲਦੀ ਤੀ, ਅੱਧੇ ਤਾਂ ਲਿਹਾਜ਼ਾਂ 'ਚ ਭੁਗਤ ਜਾਂਦੇ ਤੀ, ਅੱਧੇ ਗੋਲ-ਮੋਲ ਹੋ ਜਾਂਦੇ ਹੋਣੇ, ਤੁਹਾਨੂੰ ਪਤਾ ਹੀ ਹੈ ਜੀ। ਹੁਣ ਰਹੀ ਗੱਲ ਦੇਖੋ ਕਬਜ਼ਿਆਂ ਦੀ, ਨਗਰ ਕੌਂਸਲ ਨਾਭਾ ਵੱਲੋਂ, ਈਓ ਸਾਹਿਬ ਤੇ ਪੂਰੇ ਪ੍ਰਸ਼ਾਸਨ ਵੱਲੋਂ ਜਿਹੜੇ ਪਿਛਲੇ 15 ਦਿਨ ਦੇ ਵਿੱਚ ਕਈ ਨਜਾਇਜ਼ ਕਬਜ਼ੇ ਵੀ ਢਾਏ ਗਏ ਨੇ। ਉਹ ਤੋਂ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਕੀ ਹੈ ਵੀ ਕਬਜ਼ੇ ਤਾਂ ਨਗਰ ਕੌਂਸਲ ਢਾ ਰਹੀ ਹੈ, ਅਸੀਂ ਤਾਂ ਸਮਾਜ ਸੇਵਕ ਹਾਂ। ਮੈਂ ਤਾਂ ਪਹਿਲਾਂ ਵੀ ਅਕਾਲੀ ਦਲ ਵੇਲੇ ਵੀ ਲੋਕਾਂ ਦੀ ਲਈ ਬੋਲਦਾ ਤੀ ਤੇ ਕਾਂਗਰਸ ਸਰਕਾਰ ਵੇਲੇ ਵੀ ਲੋਕਾਂ ਦੇ ਹੱਕ 'ਚ ਬੋਲਦਾ ਤੀ, ਹੁਣ ਵੀ ਲੋਕਾਂ ਦੇ ਹੱਕ 'ਚ ਬੋਲਦਾ। ਬੇਸ਼ੱਕ ਮੈਂ ਸਰਕਾਰ 'ਚ, ਮੇਰੀ ਪਤਨੀ ਮੇਰੀ ਪ੍ਰਧਾਨ ਨਗਰ ਕੌਂਸਲ ਹੈ, ਮੈਂ ਫੇਰ ਵੀ ਲੋਕਾਂ ਦੇ ਨਾਲੇ ਖੜਾ ਅੱਜ ਵੀ। ਤੇ ਉਲਟਾ ਇੱਕ ਪਾਰਟੀ ਨੇ ਨਗਰ ਕੌਂਸਲ ਦਾ ਬਿਨਾਂ ਨਕਸ਼ੇ ਤੋਂ ਨਗਰ ਕੌਂਸਲ ਨੇ ਕਬਜ਼ਾ ਹਟਾਇਆ, ਕੇਸ ਮੇਰੇ ਤੇ ਕਰਤਾ। ਨਗਰ ਕੌਂਸਲ ਤੇ ਕੇਸ ਨਹੀਂ ਕੀਤਾ, ਮੇਰੇ ਤੇ ਪਰਸਨਲ ਕੇਸ ਕੀਤਾ। ਵੈਸੇ ਪੰਕਜ ਜੀ, ਵਿੱਚ ਲੋਕ ਇਹ ਕਹਿ ਰਹੇ ਨੇ ਕਿ ਪ੍ਰਧਾਨ ਉਹਨਾਂ ਦੇ ਪਤਨੀ ਨੇ, ਪਰ ਪ੍ਰਧਾਨਗੀ ਆਪ ਕਰ ਰਹੇ ਨੇ। ਪੰਕਜ ਜੀ ਇੱਥੇ ਗੱਲ ਕਹੀ ਦੇਖੋ ਹੁਣ ਆਹੀ ਡੰਪ ਹੈ, ਆਹੀ ਡੰਪ ਹੈ। ਇਹਨੂੰ ਸਾਫ਼ ਕਰਨ ਲਈ ਮੈਨੂੰ ਦੱਸੋ ਜੀ, ਮੈਨੂੰ ਕਿਹੜੇ ਅਹੁਦੇ ਦੀ ਲੋੜ ਹੈ? ਆਹ ਬੰਦੇ ਅਹੁਦੇਦਾਰ ਨੇ ਜੀ, ਇਹ ਮੁੰਡੇ ਸਾਰੇ। ਦੇਖੋ ਅਸੀਂ ਸਫਾਈ ਕਰਦੇ ਆ, ਮੈਂ ਸ਼ਾਮ ਨੂੰ ਆਪ ਆ ਕੇ ਇੱਥੇ ਸਫਾਈ ਕਰਾਉਣਾ। ਮੈਨੂੰ ਤਾਂ ਲੱਗਦਾ ਨਹੀਂ ਵੀ ਜੇ ਕਿਸੇ ਅਹੁਦੇ, ਮਤਲਬ ਇਹਨੂੰ ਸਾਫ਼ ਕਰਨ ਲਈ ਜਾਂ ਕਿਤੋਂ ਕਿਸੇ ਦਾ ਕੂੜਾ ਚੱਕਣ ਲਈ ਕਿਸੇ ਅਹੁਦੇ ਦੀ ਲੋੜ ਹੈ। ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਨਾ ਮੈਂ ਐਮਸੀ, ਨਾ ਮੈਂ ਕੋਈ ਈਓ, ਨਾ ਮੈਂ ਪ੍ਰਧਾਨ, ਨਾ ਮੈਂ ਕੋਈ ਹੋਰ। ਜਾਨੀ ਕਿ ਜੇ ਏਸੀ ਕਮਰੇ 'ਚ ਤੁਸੀਂ ਬੈਠੋ ਤਾਂ ਟਿੱਪਣੀ ਕਰਨ, ਇਹੀ ਕਹਿ ਜਾਣਾ ਚਾਹੁੰਦੇ ਹੋ ਵੀ ਇਸ ਤਾਂ ਸਫਾਈ ਕਰ ਰਹੇ ਆ? ਦੇਖੋ ਜਦੋਂ ਤਾਂ ਨਗਰ ਕੌਂਸਲ ਪ੍ਰਧਾਨ ਕਮਰਿਆਂ 'ਚੋਂ ਏਸੀਆਂ 'ਚੋਂ ਨਿਕਲਦੇ ਨਹੀਂ ਤੀ, ਉਹ ਵੀ ਇਹਨਾਂ ਨੂੰ ਪਸੰਦ ਨਹੀਂ ਤੀ। ਜੇ ਹੁਣ ਅਸੀਂ, ਮੇਰੀ ਘਰ ਵਾਲੀ ਪ੍ਰਧਾਨ ਹੈ ਤੇ ਮੈਂ ਪਹਿਲਾਂ ਵੀ ਐਮਸੀ, ਮੇਰੀ ਘਰ ਵਾਲੀ ਹੋਤੀ, ਮੈਂ ਉਦੋਂ ਵੀ ਆਪਣੇ ਵਾਰਡ ਦੇ ਵਿੱਚ ਨਾਲੀਆਂ ਆਪ ਸਾਫ਼ ਕਰਦਾ ਤੀ, ਬਿਜਲੀ ਦੀਆਂ ਲਾਈਟਾਂ ਤੱਕ ਵੀ ਆਪ ਠੀਕ ਕਰਦਾ ਤੀ। ਉਦੋਂ ਵੀ ਪ੍ਰੋਬਲਮ ਤੀ ਵਿਰੋਧੀਆਂ ਨੂੰ। ਹੁਣ ਅਸੀਂ ਆਪ ਨਾਲ ਕੰਮ ਕਰਾ ਰਹੇ ਹਾਂ। ਜਦੋਂ ਨਗਰ ਕੌਂਸਲ ਦੀ ਕੋਈ ਟੀਮ ਜਾਂਦੀ ਹੈ, ਮੈਂ ਨਾਲ ਜਾਂਦਾ, ਮੈਂ ਦੇਖਦਾ ਵੀ ਕਿਵੇਂ ਕੰਮ ਚੱਲ ਰਿਹਾ, ਕੀ ਕਰ ਰਹੇ ਨੇ, ਸਹੀ ਕਰ ਰਹੇ ਨੇ, ਗਲਤ ਕਰ ਰਹੇ ਨੇ, ਮੈਂ ਦੇਖਦਾ। ਮੈਨੂੰ ਸ਼ੌਂਕ ਹੈ ਕੰਮ ਕਰਨ ਦਾ, ਮੈਨੂੰ ਉਹਦੇ ਲਈ ਕੋਈ ਅਹੁਦੇ ਦੀ ਜ਼ਰੂਰਤ ਥੋੜੀ ਆ ਵੀ ਮੈਂ ਪ੍ਰਧਾਨ। ਜਾਨੀ ਕਿ ਤੁਹਾਡੀ ਪਤਨੀ ਹੁਣ ਪ੍ਰਧਾਨ ਨੇ, ਕਿਤੇ ਨਾ ਕਿਤੇ ਤੁਸੀਂ ਸੋਚਦੇ ਹੋਵੋਗੇ ਵੀ ਪ੍ਰਧਾਨਗੀ ਸਾਡੇ ਪਰਿਵਾਰ 'ਚ ਆਈ ਆ, ਸਾਡੇ ਘਰ ਆਈ ਆ, ਵੀ ਦਿਖਾ ਦਈਏ ਫਿਰ ਨੁਹਾਰ ਬਦਲ ਦਈਏ ਨਾਭੇ ਦੀ। ਬਿਲਕੁਲ ਜੀ ਬਿਲਕੁਲ। ਦੇਖੋ ਮੇਰੀ ਪਤਨੀ ਸਾਰਾ ਦਿਨ ਦਫ਼ਤਰ 'ਚ ਬਹਿੰਦੇ ਨੇ, ਜਿਹੜਾ ਅਫੀਸ਼ੀਅਲ ਕੰਮ ਆ ਉਹ ਕਰਦੇ ਨੇ, ਜਿੱਥੇ ਲੋੜ ਆ ਉਹ ਵੀ ਨਾਲ ਜਾਂਦੇ ਨੇ। 2-3 ਕਬਜ਼ੇ ਜਦੋਂ ਢਾਏ ਨੇ ਨਗਰ ਕੌਂਸਲ, ਈਓ ਸਾਹਿਬ ਨਾਲ ਤੀ, ਮੇਰੇ ਪਤਨੀ ਵੀ ਨਾਲ ਤੀ, ਤੇ ਮੈਂ ਵੀ ਇੱਕ ਆਡੀਅנס ਆ, ਮੈਂ ਸਪੈਕਟੇਟਰ ਆ, ਮੈਂ ਨਾਭਾ ਨਿਵਾਸੀ ਆ। ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਕਿਸੇ ਅਹੁਦੇ ਦੀ ਜ਼ਰੂਰਤ ਹੈ। ਦੇਖੋ ਮੈਂ ਤਾਂ ਜਾਊਂਗਾ, ਇੱਕ ਛੱਡੋ 50 ਕੇਸ ਕਰ ਲੈਣ। ਹਾਂ, ਮੈਂ ਵੈਸੇ ਕਿੰਨੇ ਕੇਸ ਕਰਤੇ ਤੁਹਾਡੇ ਤੇ? 3 ਕੇਸ ਹੋ ਗਏ ਜੀ 15 ਦਿਨ ਦੇ ਵਿੱਚ। ਹਾਂ, ਦੇਖੋ ਜੋ ਲਾ ਐਂਡ ਆਰਡਰ ਹੈ, ਲਾ ਐਂਡ ਆਰਡਰ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਨਾਭਾ ਆਪਣੇ ਕਾਰਵਾਈ ਕਰ ਰਹੀ ਹੈ। ਮੈਂ ਤਾਂ ਇੱਕ ਆਡੀਅנס ਵੱਲੋਂ ਜਾਣਾ, ਮੈਂ ਵੀ ਜੱਜ ਸਾਹਿਬ ਨੂੰ ਬੇਨਤੀ ਕਰੂੰਗਾ ਜਾ ਕੇ, ਜਿਨ੍ਹਾਂ ਨੇ ਮੇਰੇ ਤੇ ਕੇਸ ਕੀਤੇ ਨੇ, ਮੈਂ ਵੀ ਬੇਨਤੀ ਕਰੂੰਗਾ ਜੀ। ਕਿਹੜੇ ਬਿਹੇਵ ਤੇ ਕਰੇ ਨੇ, ਕੀ ਕਿਹਾ ਕੇਸ 'ਚ, ਮਤਲਬ ਕੀ ਲਿਖਤੀ ਕੇਸ ਕੀਤੇ ਨੇ? ਉਹ ਲਿਖਤੀ ਕੇਸ ਹੀਰਾ ਕਮੈਨ ਵਾਲੇ ਨੇ ਜੀ, ਉਹਨਾਂ ਨੇ ਕੇਸ ਕੀਤਾ ਸਾਡੇ ਤੇ ਵੀ ਪੱਪੂ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਵੀ ਮੈਂ ਜੇ ਹੁਣ ਇੱਥੇ ਵੀ ਤੁਸੀਂ ਹੁਣ ਚੈਨਲ ਤੇ ਖਬਰ ਲੈ ਰਹੇ ਹੋ, ਆਹ ਵੀ ਮੁੰਡਾ ਬੈਠਾ ਤੇ ਕੋਈ ਇਹ ਵੀ ਮੁੰਡਾ ਬੈਠਾ, ਹੁਣ ਇਹ ਜੇ ਬੈਠੇ ਨੇ, ਇਹਦਾ ਮਤਲਬ ਇਹ ਥੋੜੀ ਵੀ ਪ੍ਰਧਾਨ ਨੇ ਜਾਂ ਮੈਂ ਪ੍ਰਧਾਨ ਆ। ਇਹ ਖੜੇ ਆ, ਹੁਣ ਵੀ ਹੋਰ ਵੀ ਸਪੈਕਟੇਟਰਸ ਆਡੀਅנס ਖੜੀ ਹੁੰਦੀ ਆ, ਉਵੇਂ ਜਿਵੇਂ ਇਹ ਖੜਦੇ ਨੇ ਅਸੀਂ ਵੀ ਦੇਖਦੇ ਆ। ਤੇ ਉਹਨਾਂ ਨੇ ਮੇਰੇ ਤੇ ਕੇਸ ਕੀਤਾ ਕਿ ਇਹ ਪ੍ਰਧਾਨ ਆਪ ਬਣਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਕੋਈ ਪ੍ਰਧਾਨ ਨਹੀਂ ਬਣਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਪਿਛਲੇ 10-12 ਸਾਲਾਂ ਤੋਂ ਕੰਮ ਕਰਨ ਦਾ ਸ਼ੌਂਕ ਹੈ। ਮੈਂ ਉਸੇ ਕੰਮ ਦੇ ਸ਼ੌਂਕ ਨਾਲ ਪਹਿਲਾਂ ਚੱਲ ਰਿਹਾ ਤੇ ਹੁਣ ਵੀ ਚੱਲ ਰਿਹਾ, ਅੱਗੇ ਵੀ ਚੱਲਦਾ ਰਹੂੰਗਾ। ਜਿੱਥੇ ਮੈਂ ਕਿਤੇ ਮੇਰੇ ਕਾਨੂੰਨ ਦੀ ਕੋਈ ਬਾਤ ਘਾਟ ਕੀਤੀ ਆ, ਜੇ ਮੈਂ ਕਾਨੂੰਨ ਤੋੜਿਆ ਕਿਤੇ, ਮੇਰੇ ਤੇ ਜੋ ਬਣਦੀ ਸਜ਼ਾ ਤੁਸੀਂ ਲਾਓ। ਪਰ ਜੇ ਕੇਸ ਕਰਨਾ ਨਗਰ ਕੌਂਸਲ ਨਾਭਾ ਤੇ ਕਰੋ, ਈਓ ਨਾਭਾ ਤੇ ਕਰੋ, ਨਗਰ ਕੌਂਸਲ ਦੀ ਸਟਾਫ ਤੇ ਕਰੋ, ਉਹਨਾਂ ਨੂੰ ਜਾ ਕੇ ਦੱਸੋ। ਦੇਖੋ ਜਿਹੜਾ ਪੀਲਾ ਪੰਜਾ ਚੱਲ ਰਿਹਾ ਉਹ ਤਾਂ ਨਗਰ ਕੌਂਸਲ ਚਲਾ ਰਹੀ। ਬਿਲਕੁਲ ਜੀ, ਮੈਂ ਥੋੜੀ ਚਲਾ ਰਿਹਾ ਪੀਲੇ ਪੰਜੇ ਨੂੰ। ਪੀਲਾ ਪੰਜਾ ਕਿਹਦਾ? ਨਗਰ ਕੌਂਸਲ ਨਾਭਾ ਦਾ। ਮੈਂ ਤਾਂ ਨਾਲ ਖੜ ਰਿਹਾ, ਮੈਂ ਤਾਂ ਲਾਈਵ ਪਾਉਣਾ ਵੀ ਦੇਖੋ ਨਗਰ ਕੌਂਸਲ ਨਾਭਾ ਇੱਕ ਚੰਗਾ ਕੰਮ ਕਰ ਰਹੀ ਹੈ। ਕੇਸ ਕਰਨਾ ਉਹਨਾਂ ਤੇ ਕਰੋ, ਮੇਰੇ ਤੇ ਕਰ ਰਹੇ ਨੇ ਉਲਟ ਕੇਸ। ਉਹ ਕਾਰਨ ਕੀ ਆ? ਉਹਨਾਂ ਨੂੰ ਐਂ ਲੱਗ ਰਿਹਾ ਵੀ ਇਹਦੀ ਆਵਾਜ਼ ਦੱਬੋ, ਵੀ ਬਾਕੀ ਪ੍ਰਸ਼ਾਸਨ ਨੂੰ ਤਾਂ ਦੱਬ ਲਾਂਗੇ। ਦੇਖੋ ਮੈਂ ਤਾਂ ਪਹਿਲਾਂ ਜਦੋਂ ਸਰਕਾਰ ਨੀਤੀ, ਮੈਂ ਤਾਂ ਉਦੋਂ ਨਹੀਂ ਦੱਬਿਆ, ਹੁਣ ਕੀ ਦੱਬਣਾ? ਹੁਣ ਤਾਂ ਸਾਡੀ ਸਰਕਾਰ ਹੈ। ਪਰ ਗੱਲ ਹੋਰ ਹੈ ਨਾਲ, ਦੇਖੋ ਅਗਰ ਸਾਡੀ ਨਗਰ ਕੌਂਸਲ ਵੱਲੋਂ ਕਿਤੇ ਵੀ ਕਿਸੇ ਗਰੀਬ ਦਾ ਜਾਂ ਕਿਤੇ ਸਹੀ ਬੰਦੇ ਦਾ ਜਿਹਦੇ ਕੋਲ ਸਾਰੇ ਕਾਗਜ਼ ਸੀ ਉਹ ਢਾਇਆ ਗਿਆ, ਮੈਂ ਵੀ ਉਹ ਬੰਦਿਆਂ ਦੇ ਨਾਲ ਖੜੂੰਗਾ ਜਿਨ੍ਹਾਂ ਦਾ ਨੁਕਸਾਨ ਹੋਇਆ। ਪਰ ਜਿਹੜੇ ਹੀਰਾ ਕਮੈਨ ਵਾਲਿਆਂ ਨੇ ਮੇਰੇ ਤੇ ਕੇਸ ਕੀਤਾ,
ਉਹ ਮੇਰੇ ਤੇ ਕੇਸ ਕਰਨ ਤੋਂ ਪਹਿਲਾਂ ਆਪਣੀ ਜਿਹੜੀ ਉਹ ਬਿਲਡਿੰਗ ਉਹਨਾਂ ਦੀ ਢਹੀ ਹੈ ਉਹਦਾ ਨਕਸ਼ਾ ਹੀ ਦਿਖਾ ਦੇਣ। ਉਹਦਾ ਨਕਸ਼ਾ ਦਿਖਾ ਦੇਣ ਨਾ ਵੀ ਦੇਖੋ ਜੀ ਅਸੀਂ ਤਾਂ ਨਕਸ਼ਾ ਬਣਾਇਆ ਹੋਇਆ ਸੀ ਪਰ ਸਾਡਾ ਫੇਰ ਵੀ ਢਾਹ ਗਏ। ਫੇਰ ਵਿਦਆਊਟ ਨਕਸ਼ਾ ਸੀ ਉਹ ਕੋਈ ਨਕਸ਼ਾ ਜੀ, ਵਿਦਆਊਟ ਨਕਸ਼ਾ ਕੁਆਟਰ ਬਣਾ ਰਹੇ ਸੀ। ਜੇ ਤੁਸੀਂ ਤੁਹਾਡੇ ਕੋਲ ਨਕਸ਼ਾ ਹੈ, ਕਿਸੇ ਦੀ ਜ਼ਰੂਰਤ ਹੈਗੀ 4 ਇੰਚ ਇੱਕ ਕੰਧ ਕੀ ਇੱਕ ਇੱਟ ਨਹੀਂ ਟੁੱਟਣ ਦਿੰਦਾ ਅਗਲਾ। ਜੇ ਗਲਤ ਤੀ ਤਾਂ ਹੀ ਨਗਰ ਕੌਂਸਲ ਨੇ ਢਾਇਆ। ਤੁਸੀਂ ਸਗੋਂ ਨਗਰ ਕੌਂਸਲ ਨੂੰ ਆਪਾਂ ਨਾਭਾ ਨਿਵਾਸੀ ਵਧਾਈ ਹੈ, ਉਹਨੂੰ ਸ਼ਾਬਾਸ਼ੀ ਦਈਏ ਉਹਨਾਂ ਮੁਲਾਜ਼ਮਾਂ ਨੂੰ ਕਿ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਉਹਨਾਂ 'ਚ ਹਿੰਮਤ ਪੈਦਾ ਹੋਈ। ਪਹਿਲਾਂ ਕਿਉਂ ਨਹੀਂ ਤੀ ਹਿੰਮਤ? ਪਹਿਲਾਂ ਵਾਲੀ ਸਰਕਾਰਾਂ ਕਬਜ਼ੇ ਕਰਾਉਂਦੀ ਤੀ, ਹੁਣ ਵਾਲੀ ਸਰਕਾਰ ਕਬਜ਼ੇ ਢਹਾਉਂਦੀ ਹੈ। ਉਹਦੀ ਇਨਕਮ ਹੈ ਜਿਹੜੀ ਨਗਰ ਕੌਂਸਲ ਨਾਭਾ ਨੂੰ ਹੋ ਰਹੀ ਹੈ। ਪਹਿਲਾਂ ਇੱਕ ਗੱਲ ਦੱਸੋ, ਜੇ ਸਰਕਾਰ ਕਬਜ਼ੇ ਢਾਹ ਰਹੀ ਹੈ ਤਾਂ ਉਹਦੀ ਇਨਕਮ ਕਿਹਨੂੰ ਹੋਊਗੀ? ਸਰਕਾਰ ਨੂੰ। ਜਦੋਂ ਕਬਜ਼ੇ ਹੁੰਦੇ ਤੀ ਉਹਦੀ ਇਨਕਮ ਕਿਹਨੂੰ ਹੁੰਦੀ ਤੀ? ਉੱਥੇ ਬੈਠੇ ਹੋਏ ਅਧਿਕਾਰੀਆਂ ਨੂੰ ਜਾਂ ਉੱਥੇ ਬੈਠੇ ਹੋਏ ਕਿਸੇ ਪੋਲੀਟੀਕਲ ਬੰਦੇ ਨੂੰ। ਬਿਲਕੁਲ ਗੱਲ ਉਹੀ ਕਰਦੇ ਆ ਵੀ ਜਿਵੇਂ ਤੁਸੀਂ ਕਿਹਾ ਵੀ ਇਨਕਮ 'ਚ ਵਾਧਾ ਹੋ ਗਿਆ ਜੀ, 15 ਲੱਖ ਦਾ ਟਾਰਗੇਟ, ਇੱਕ ਹਫ਼ਤੇ 'ਚ 22 ਲੱਖ ਮਿਲ ਗਿਆ ਤੁਹਾਨੂੰ। ਬਿਲਕੁਲ ਜੀ, ਦੇਖੋ 5 ਲੱਖ ਦਾ 6 ਲੱਖ ਦੀ ਇਨਕਮ ਤੀ ਜੀ ਪ੍ਰਾਪਰਟੀ ਟੈਕਸ ਦੀ, ਜਿਹਨੂੰ ਏਡੀਸੀ ਗੌਤਮ ਜੈਨ ਜੀ ਸਾਡੇ ਬਹੁਤ ਵਧੀਆ ਤੇ ਸੂਝਵਾਨ ਲੀਡ ਅਫਸਰ ਨੇ, ਉਹਨਾਂ ਨੇ ਸਾਨੂੰ 15 ਲੱਖ ਦਾ ਟਾਰਗੇਟ ਦਿੱਤਾ ਸਾਡੇ ਅਫਸਰਾਂ ਨੂੰ। ਤੇ ਅਸੀਂ, ਮੇਰੀ ਪਤਨੀ ਤੇ ਅਸੀਂ ਰਲ ਕੇ ਸਾਰਿਆਂ ਨੇ ਜਦੋਂ ਇਹਦੀ ਮੁਹਿੰਮ ਦੇਖੀ ਤੇ ਉਹਨਾਂ ਨੂੰ ਸਲਾਹ ਦਿੱਤੀ, ਉਹਨਾਂ ਦੀ ਸੁਣੀ ਗੱਲਬਾਤ, ਐਮਐਲਏ ਸਾਹਿਬ ਨਾਲ ਵਿੱਚ ਬੈਠੇ ਸੀ, ਉਹਨਾਂ ਨੂੰ ਕੁਝ ਚੀਜ਼ਾਂ ਦੱਸੀਆਂ ਵੀ ਐਵੇਂ ਵੀ ਕੰਮ ਹੋ ਸਕਦਾ, ਤਾਂ ਤੁਸੀਂ ਮੰਨੋਗੇ ਕਿ ਉਹ 5 ਲੱਖ ਤੋਂ ਵੱਧ ਕੇ ਇੱਕ ਮਹੀਨੇ ਦਾ ਉਹਨਾਂ ਨੇ 15 ਲੱਖ ਟਾਰਗੇਟ ਦਿੱਤਾ ਸੀ, ਅਸੀਂ ਉਹਨੂੰ 22 ਲੱਖ ਇੱਕ ਹਫ਼ਤੇ ਦੇ ਵਿੱਚ ਇਨਕਮ ਕਰਤੀ। ਇਹ ਔਨ ਰਿਕਾਰਡ ਹੈ। ਇਹ ਲੋਕ ਦੇਖੋ, ਲੋਕ ਨਹੀਂ ਮਾੜੇ, ਲੋਕ ਪੈਸੇ ਦੇਣ ਨੂੰ ਤਿਆਰ ਬੈਠੇ ਨੇ। ਪਹਿਲਾਂ ਲੋਕ ਪੈਸੇ ਦਿੰਦੇ ਤੀ ਜੇਬ 'ਚ, ਹੁਣ ਲੋਕ ਪੈਸੇ ਦਿੰਦੇ ਨੇ ਔਨ ਰਿਕਾਰਡ ਸਰਕਾਰ ਨੂੰ। ਆਹ ਫਰਕ ਹੈ ਸਰਕਾਰ ਦਾ, ਆਹੀ ਬਦਲਾਅ ਹੈ। ਇਸੇ ਬਦਲਾਅ ਨੂੰ ਇਹ ਲੋਕਾਂ ਨੇ ਵੋਟਾਂ ਪਾਈਆਂ ਤੀ। ਜੇ 5-4% ਹੀਰਾ ਕਮੈਨ ਵਰਗੇ ਜੇ ਕੇਸ ਕਰਕੇ ਖੁਸ਼ ਨੇ ਜਾਂ ਉਹਨਾਂ ਨੂੰ ਤਕਲੀਫ ਹੈ, 5-4% ਲੋਕਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਮੈਂ ਵੀ ਐਮਐਲਏ ਸਾਹਿਬ ਨੂੰ ਕਹੂੰਗਾ ਕਿ ਇਹਨਾਂ ਲੋਕਾਂ ਦੀ 5-4% ਲੋਕਾਂ ਦੀ ਪਰਵਾਹ ਨਾ ਕਰੋ। 95% ਨਾਭਾ ਦੇ ਲੋਕ ਤੁਹਾਡੇ ਪ੍ਰਸ਼ਾਸਨ ਤੋਂ, ਤੁਹਾਡੀ ਚਲਾਈ ਹੋਈ ਇੱਥੇ ਮੁਹਿੰਮ ਤੋਂ ਬਹੁਤ ਖੁਸ਼ ਨੇ। ਠੀਕ ਹੈ, ਜਾਨੀ ਕਿ ਪੀਲਾ ਪੰਜਾ ਐਂ ਚੱਲਦਾ ਰਹੂਗਾ, ਐਂ ਜਾਰੀ ਰਹੂਗਾ। ਜਿਹੜੇ ਨਜਾਇਜ਼ ਕਬਜ਼ੇ ਹੋਣਗੇ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਨਕਸ਼ੇ ਜਿਹੜੇ ਨਹੀਂ ਪਾਸ ਕਰਵਾਏ ਗਏ ਜਾਂ ਨਗਰ ਕੌਂਸਲ ਨੂੰ ਪਤਾ ਹੀ ਨਹੀਂ ਹੈਗਾ ਵੀ ਇੱਥੇ ਆਪਣਾ ਪਿਆ ਪ੍ਰਾਪਰਟੀ ਜਾਂ ਇੱਥੇ ਕਬਜ਼ਾ ਹੋਇਆ ਵਾ। ਦੇਖੋ ਜਦ ਤੱਕ ਦੇਖੋ ਜਿਹੋ ਜਿਹਾ ਐਸਐਸਪੀ ਉਹੋ ਜਿਹਾ ਐਸਐਚਓ, ਉਦਾਹਰਨ ਹੈ ਇੱਕ। ਹੁਣ ਜਿਹੋ ਜਿਹਾ ਪ੍ਰਸ਼ਾਸਨ ਹੈ, ਜਿਹੋ ਜਿਹੀ ਸਰਕਾਰ ਹੈ, ਉਹੋ ਜਿਹੇ ਅਫਸਰ ਆ ਰਹੇ ਨੇ, ਉਹੋ ਜਿਹਾ ਹੀ ਦਾਬਾ ਬਣ ਗਿਆ। ਇਸ ਕਰਕੇ ਦੇਖੋ ਜਿਹੜੇ ਲੋਕ ਬਿਨਾਂ ਨਕਸ਼ੇ ਤੋਂ ਬਿਲਡਿੰਗਾਂ ਬਣਾਉਣਗੇ ਤਾਂ ਨਗਰ ਕੌਂਸਲ ਉਹਨਾਂ ਨੂੰ ਜ਼ਰੂਰ ਢਾਊਗੀ। ਲੋਕ ਨਕਸ਼ੇ ਪਾਸ ਕਰਾਉਣੇ ਸ਼ੁਰੂ ਕਰ ਦੇਣ ਤੇ ਪੀਲਾ ਪੰਜਾ ਕਿਵੇਂ ਚੱਲੂਗਾ ਜੀ? ਮੈਂ ਤਾਂ ਇੱਕ ਗੱਲ ਜਾਣਦਾ ਤੇ ਮੈਂ ਇੱਕ ਆਮ ਨਾਭਾ ਨਿਵਾਸੀ ਹੋਣ ਦੇ ਨਾਤੇ ਇੱਕ ਬੇਨਤੀ ਵੀ ਕਰਦਾ ਨਾਭਾ ਨਿਵਾਸੀਆਂ ਨੂੰ, ਜੇ ਤੁਸੀਂ 50 ਲੱਖ ਰੁਪਇਆ ਆਪਣੇ ਮਕਾਨ ਤੇ ਲਾ ਰਹੇ ਹੋ ਤਾਂ 20-25 ਹਜ਼ਾਰ ਰੁਪਇਆ ਨਕਸ਼ੇ ਤੇ ਲਾਉਣਾ ਮੇਰੇ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ ਹੈਗੀ। ਤੁਹਾਡੇ ਪੈਸਿਆਂ ਨਾਲ ਇਹ ਸਰਕਾਰ ਚੱਲਣੀ ਹੈ, ਤੁਹਾਡੇ ਪੈਸਿਆਂ ਨਾਲ ਇਹ ਡਿਵੈਲਪਮੈਂਟ ਹੋਣੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਤੇ ਪੈਸੇ ਨਾ ਬਚਾਓ, ਪੈਸੇ ਬਚਾਉਣ ਵਾਲੇ ਹੋਰ ਜਗ੍ਹਾ ਬਹੁਤ ਨੇ ਆਪਣੇ ਕੋਲ। ਬਿਲਕੁਲ, ਜਾਨੀ ਕਿ ਗਵਰਨ ਕਰਨ ਵਾਲਾ ਜਿਹੜਾ ਜੇਬਾਂ 'ਚ ਜਾਂਦਾ ਸੀ ਉਹ ਕੰਮ ਖਤਮ ਹੋ ਗਿਆ ਜੀ। ਉਹ ਬੰਦ ਬਾਈ, ਜਮਾਂ ਹੀ ਬੰਦ। ਮੈਂ ਤਾਂ ਖੁਦ ਕਹਿ ਰਿਹਾ ਵੀ ਮੈਨੂੰ ਆਪਣੇ ਪਿਓ ਦਾ ਪੁੱਤ ਨਾ ਕਿਹੋ। ਜੇ ਮੈਂ ਇਸ ਟਰਮ ਦੇ ਵਿੱਚ ਆਪਣੀ ਪਤਨੀ ਨੂੰ ਇੱਕ ਪੰਜੀ ਦੀ ਵੀ ਬੇਈਮਾਨੀ ਕਰਨ ਦੇ ਦਾਂ, ਮੈਂ ਆਪਣਾ ਨਾਮ ਬਦਲਾ ਦੂੰਗਾ। ਹਾਂਜੀ ਹਾਂ, ਬਿਲਕੁਲ। ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਜੋ ਲਗਾਤਾਰ ਦੇਖੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਪਾਉਂਦੇ ਨੇ ਕਿ ਅਸੀਂ ਸਫਾਈ ਅਭਿਆਨ ਚਲਾਇਆ ਹੋਇਆ, ਨਾਭਾ ਨੂੰ ਸਾਫ਼ ਸੁਥਰਾ ਕਰਾਂਗੇ, ਪੂਰਾ ਵੱਡਾ ਬਦਲਾਅ ਲਿਆਵਾਂਗੇ ਨਾਭਾ 'ਚ। ਤੇ ਲਗਾਤਾਰ ਜਿਵੇਂ ਪੰਜਾਬ ਸਰਕਾਰ ਨਜਾਇਜ਼ ਕਬਜ਼ੇ ਲੈ ਰਹੀ ਆ, ਪੰਜਾਬ ਦੇ ਕੈਬਨਿਟ ਮੰਤਰੀ, ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਪੂਰੇ ਪੰਜਾਬ 'ਚ ਪੰਚਾਇਤੀ ਜ਼ਮੀਨਾਂ ਛਡਾ ਰਹੇ ਨੇ, ਉਵੇਂ ਜਿਵੇਂ ਹੀ ਨਾਭੇ 'ਚ ਵੀ ਪੀਲਾ ਪੰਜਾ ਚੱਲ ਰਿਹਾ ਅਤੇ ਕਹਿ ਰਹੇ ਨੇ ਕਿ ਪੀਲਾ ਪੰਜਾ ਚੱਲਦਾ ਰਹੇਗਾ। ਕਿਉਂਕਿ ਪ੍ਰਧਾਨ ਦੇ ਪਤੀ ਨੇ ਇਹ ਵੀ ਗੱਲ ਆਖੀ ਆ ਕਿ ਮੇਰੇ ਤੇ ਕਈ ਲੋਕਾਂ ਨੇ ਕੇਸ ਦਰਜ ਕਰਵਾਏ ਨੇ, ਉਹ ਕੇਸ ਤਾਂ ਕਰਵਾਏ ਨੇ ਕਿ ਨਜਾਇਜ਼ ਕਬਜ਼ੇ ਸਾਡੇ ਤੋਂ ਕਿਉਂ ਛੁਡਵਾ ਲਏ, ਪਰ ਉਹਨਾਂ ਕਿਹਾ ਕਿ ਨਜਾਇਜ਼ ਕਬਜ਼ੇ ਆਉਣ ਵਾਲੇ ਦਿਨਾਂ ਵਿੱਚ ਐਵੇਂ ਹੀ ਛੁਡਵਾਏ ਜਾਣਗੇ। ਪੀਲਾ ਪੰਜਾ ਨਾਭੇ ਦੇ ਵਿੱਚ ਐਵੇਂ ਹੀ ਚੱਲੇਗਾ। ਕੈਮਰਾਮੈਨ ਰਵਿੰਦਰ ਨੀਨੂ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।